ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਲੜੀਵਾਰ ਚੱਲ ਰਿਹਾ ਪ੍ਰੋਗਰਾਮ 1947 ਦਾ ਸੰਤਾਪ। 1947 ਦੇ ਸੰਤਾਪ ਪ੍ਰੋਗਰਾਮ ਦੇ ਤਹਿਤ ਜਿਹੜੇ ਸਾਡੇ ਬਜ਼ੁਰਗ 1947 ਦੇ ਵਿੱਚ ਆਪਣੇ ਦਾਦੇ ਪੜਦਾਦੇ ਦੀ ਧਰਤੀ ਨੂੰ ਛੱਡ ਕੇ ਚੰਦ ਸਮਿਆਂ ਦੇ ਵਿੱਚ ਇਸ ਨਵੇਂ ਦੇਸ਼ ਦੇ ਵਿੱਚ ਨਵੇਂ ਇਲਾਕੇ ਦੇ ਵਿੱਚ ਆਏ। ਔਰ ਸਾਧ ਸੰਗਤ ਇਸ ਸੰਤਾਪ ਦੇ ਵਿੱਚ ਸਾਡਿਆਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਪੀੜਾ ਆਪਣੇ ਪਿੰਡੇ 'ਤੇ ਉਠਾਉਣੀ ਪਈ। ਜਿੱਥੇ ਦਾਦੇ ਪੜਦਾਦਿਆਂ ਦੀ ਧਰਤੀ ਨੂੰ ਛੱਡ ਕੇ ਆਉਣਾ ਪਿਆ, ਉੱਥੇ ਹੀ ਨਾਲ ਆਪਣੇ ਸਰੀਰ ਦੇ ਉੱਤੇ ਵੀ ਲੰਬਾ ਸਮਾਂ ਜਿਹੜਾ ਇਹ ਸੰਤਾਪ ਹੰਡਾਉਣਾ ਪਿਆ। ਜੰਮੂ ਦੇ ਵਿੱਚ ਆ ਕੇ ਅਲੱਗ-ਅਲੱਗ ਰਿਫਿਊਜੀ ਕੈਂਪਾਂ ਦੇ ਵਿੱਚ ਇਹਨਾਂ ਨੂੰ ਲੰਬਾ ਸਮਾਂ ਰਹਿਣਾ ਪਿਆ, ਇੱਕ ਟੈਂਟ ਦੇ ਵਿੱਚ ਜਿਹੜੇ ਸੀ ਪੂਰੇ ਪਰਿਵਾਰ ਨੂੰ ਰਹਿਣਾ। ਉਸ ਤੋਂ ਬਾਅਦ ਸੈਟਲ ਹੋਣ ਵਾਸਤੇ ਨਵੇਂ ਸਿਰਿਓਂ ਬਹੁਤ ਸਾਰੀਆਂ ਮਿਹਨਤਾਂ ਕਰਨੀਆਂ ਪਈਆਂ। ਔਰ ਇਸ ਸਾਰੇ ਸੰਤਾਪ ਨੂੰ ਆਉਣ ਵਾਲੀ ਜਨਰੇਸ਼ਨ ਦੇ ਸਾਹਮਣੇ ਲਿਆਉਣ ਵਾਸਤੇ ਸਾਡਾ ਲੰਬਾ ਸਮੇਂ ਤੋਂ ਜਿਹੜਾ ਇਹ ਉਪਰਾਲਾ 1947 ਦਾ ਸੰਤਾਪ ਆਪ ਜੀ ਇਸ ਚੈਨਲ ਦੇ ਮਾਧਿਅਮ ਦੁਆਰਾ ਦੇਖਦੇ ਹੋ। ਅੱਜ ਇਸੇ ਹੀ ਸੰਬੰਧ ਦੇ ਵਿੱਚ ਅਸੀਂ ਪਟੜੀ ਭਾਂਤੀਨੀ ਵਿੱਚ ਪਹੁੰਚੇ ਹਾਂ, ਜਿੱਥੇ 1947 ਦੇ ਸੰਤਾਪ ਦੇ ਹੰਢਾਏ ਬਜ਼ੁਰਗ ਸਾਡੇ ਪਾਸ ਨੇ। ਆਓ ਵਿਚਾਰ ਕਰਦੇ ਹਾਂ ਇਹਨਾਂ ਬਜ਼ੁਰਗਾਂ ਨੇ 1947 ਦਾ ਸੰਤਾਪ ਆਪਣੇ ਪਿੰਡੇ 'ਤੇ ਕਿੱਦਾਂ ਹੰਢਾਇਆ। ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇ ਠੀਕ ਠਾਕ ਹੈ ਜੀ? ਮਿਹਰਬਾਨੀ ਮਹਾਰਾਜ, ਵਧੀਆ ਜੀ, ਸਭ ਠੀਕ ਠਾਕ। ਅੱਛਾ ਪਾਪਾ ਜੀ, ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਰਘਵੀਰ ਸਿੰਘ ਹੈ, son ਨਾਮ ਨੈਣ ਸਿੰਘ। ਨੈਣ ਸਿੰਘ। ਤੇ ਦਾਦਾ ਜੀ ਦਾ ਨਾਮ? ਮਾਤਾ ਜੀ ਦਾਦਾ ਜੀ ਦਾ ਸਰਦਾਰ ਰੂਪ ਸਿੰਘ, ਹੌਲਦਾਰ ਰੂਪ ਸਿੰਘ। ਹੌਲਦਾਰ ਰੂਪ ਸਿੰਘ। ਹੌਲਦਾਰ ਰੂਪ ਸਿੰਘ ਹੁਣ ਮਹਾਰਾਜ ਬਲਦੇਵ ਸਿੰਘ ਹੁੰਦੇ ਸੀ, ਉਹਨਾਂ ਦੇ ਉਹ ਬਾਡੀਗਾਰਡ ਹੁੰਦੇ ਸੀ ਉਹ। ਅੱਛਾ, ਮਹਾਰਾਜਾ ਬਲਦੇਵ ਸਿੰਘ ਦੇ? ਮਹਾਰਾਜਾ ਬਲਦੇਵ ਸਿੰਘ ਦੇ ਬਾਡੀਗਾਰਡ ਸਨ, ਉਹ ਹੌਲਦਾਰ ਸੀ ਪੁਲਿਸ ਵਿੱਚ। ਅੱਛਾ, ਜਿਵੇਂ ਜਿਹੜੀ ਰਾਜੇ ਦੀ ਪੁਲਿਸ ਸੀ ਉਹਦੇ ਵਿੱਚ ਹੌਲਦਾਰ ਸੀ? ਜਿਹੜੀ ਮਤਲਬ ਰਾਜੇ ਦੀ ਪੁਲਿਸ ਸੀ ਪਹਿਲੇ? ਆਹੋ, ਰਾਜੇ ਪੁਲਿਸ ਵਿੱਚ ਹੈ ਨਾ, ਰਾਜੇ ਪੁਲਿਸ ਵਿੱਚ। ਅੱਛਾ। ਤੇ ਪੜਦਾਦੇ ਕੌਣ ਸੀ ਸਾਡੇ ਨਾਲ? ਮੇਰੇ ਪਿਤਾ ਨਾਮ ਸ਼ਾਮ ਸਿੰਘ। ਸ਼ਾਮ ਸਿੰਘ? ਹਾਂ। ਉਹ ਵੀ ਕੋਈ ਫੌਜ ਫਾਈ ਸੀ, ਜ਼ਿੰਮੇਦਾਰੀ? ਨਹੀਂ, ਉਹ ਜ਼ਿੰਮੇਦਾਰੀ ਕਰਦੇ ਸੀ। ਅੱਛਾ। ਤੇ ਬਾਕੀ ਇਹ ਅੱਗੇ ਜਿਹੜੇ ਉਹਨੇ ਫਾਦਰ ਬੇਟੇ ਸੀ ਉਹ ਅੱਗੇ ਸੀ, ਮਤਲਬ ਦੋ ਭਰਾ ਸੀ ਉਹ। ਅੱਛਾ। ਇੱਕ ਦਾ ਨਾਮ ਰੂਪ ਸਿੰਘ ਸੀ, ਦੂਜਾ ਨਾਮ ਸੀ ਆਪਣਾ ਧਰਮ ਸਿੰਘ। ਅੱਛਾ। ਹਾਂ, ਉਹ ਇਕੱਠੇ ਰਹਿੰਦੇ ਸੀ। ਅਸੀਂ ਕੈਲੋਟ ਸਾਡਾ ਪਿੰਡ ਸੀ। ਤੁਹਾਡੇ ਪਿੰਡ ਦਾ ਕੀ ਨਾਂ ਸੀ? ਪਿੰਡ ਦਾ ਕੈਲੋਟ। ਇਹ ਭਾਂਤੀਨੀ 'ਚ ਹੀ ਹੋਇਆ ਨਾ? ਭਾਂਤੀਨੀ ਨਾਲ ਹੀ ਲੱਗਦਾ ਉਹ ਸਾਰਾ। ਅੱਛਾ। ਇਹ ਦੱਸਿਆ ਸਾਰੇ ਪਿੰਡ ਜਿਹੜੇ ਮਤਲਬ ਭਾਂਤੀਨ, ਦਥਾਨ, ਫਰੀਦਕੋਟ ਵਗੈਰਾ, ਆਪਣਾ ਦੇਵੀ ਗਲੀ, ਸਾਰੇ ਸਭ ਭਾਂਤੀਨੀ ਨਾਲ ਲੱਗਦੇ ਸੀ। ਨਹੀਂ, ਤੁਹਾਡੇ ਪਿੰਡ 'ਚੋਂ ਦੇਵੀ ਗਲੀ ਕਿੰਨਾ ਦੂਰ ਸੀ? ਸਾਡੀ ਦੇਵੀ ਗਲੀ ਤੋਂ ਥੋੜ੍ਹੇ 6-7 ਕਿਲੋਮੀਟਰ ਹੋਣੀ ਚਾਹੀਦਾ। ਪਹਾੜੀ ਇਲਾਕਾ ਸੀ ਤਾਂ ਮਤਲਬ ਆਈਡੀਆ ਮਤਲਬ 2-3-4 ਕਿਲੋਮੀਟਰ ਲਗਾ ਲਓ। ਅੱਛਾ। ਔਰ ਤੁਹਾਡੇ ਨਾਲ ਕਿਹੜਾ ਪਿੰਡ ਸੀ? ਸਾਡੇ ਨਾਲ ਸੀ ਦਥਾਨ। ਪਹਿਲੇ ਸਭ ਤੋਂ ਪਹਿਲੇ ਚੀਰਾ ਸਾਡੇ ਨਜ਼ਦੀਕ ਸੀ। ਚੀਰਾ ਨਜ਼ਦੀਕ ਸੀ? ਚੀਰਾ ਮਤਲਬ ਨਹਿਰ ਦੇ ਕੋਈ 2-3 ਕਿਲੋਮੀਟਰ, ਸਾਡੇ ਪਿੰਡ ਤੋਂ ਕੋਈ 3 ਕਿਲੋਮੀਟਰ ਹੋਣਾ। ਅੱਛਾ। ਪਹਾੜੀ ਇਲਾਕਾ ਸੀ ਉੱਥੇ ਅਤੇ 3 ਕਿਲੋਮੀਟਰ ਹੋਣਾ। ਉਸ ਨਾਲ ਫਿਰ ਸੀ ਸਰਾੜੀ ਦੇ ਨਾਲ ਫਰੀਦਕੋਟ, ਦਥਾਨ, ਮਹਿਰਾ, ਉਸ ਤੋਂ ਬਾਅਦ ਫਿਰ ਦੇਵੀ ਗਲੀ। ਉਸ ਤੋਂ ਬਾਅਦ ਦੇਵੀ ਗਲੀ ਸਾਡੇ ਬੈਕ ਸਾਈਡ 'ਤੇ ਹੁੰਦਾ ਸੀ, ਅਤੇ ਉਸਦੇ ਨਾਲ ਹੀ ਹੁੰਦਾ ਸੀ ਆਪਣਾ ਕੀ ਆਖਦੇ ਉਹਨੂੰ, ਭਾਂਤੀਨ ਹੁੰਦੇ ਸੀ। ਅਤੇ ਛੋਟਾ ਗਲਾ ਵੀ ਉਹ ਸਾਡੇ ਉਹਦੇ ਨਾਲ ਹੀ ਸੀ। ਅੱਛਾ। ਨਾਲ ਹੀ ਲੱਗਦਾ ਸੀ ਉਹ ਵੀ। ਅੱਛਾ। ਅਤੇ ਉੱਥੋਂ ਫਿਰ ਜਦੋਂ 47 ਅਸੀਂ ਉੱਥੋਂ ਨਿਕਲੇ। ਨਹੀਂ, ਇਹ ਹੋਏ ਤੁਹਾਡੇ ਨਾਲ? ਹਾਂ। ਤੁਹਾਡੇ ਜਿਹੜਾ ਮਹੱਲਾ ਸੀ, ਮਹੱਲੇ ਸਿੱਖੇ ਨੇ ਕਿੰਨੇ ਘਰ ਸੀ? ਸਾਡੇ ਮਹੱਲੇ ਦੇ ਅਸੀਂ ਆਪਣੇ ਮੇਰੇ ਦਾਦੇ ਦੇ ਅੱਗੇ 5 ਪੁੱਤਰ ਸਨ, ਅਤੇ ਅਸੀਂ ਸਾਰੇ ਇਕੱਠੇ ਰਹੇ। ਸਾਡੇ ਨਾਲ ਕੋਈ ਮਤਲਬ ਇਹ ਅੱਜ ਕੱਲ੍ਹ ਸਰਦਾਰ ਹੀਰਾ ਸਿੰਘ ਹੁੰਦਾ ਸੀ, ਸੁੰਦਰ ਸਿੰਘ, ਰੂਪ ਸਿੰਘ, ਦੂਲਾ ਸਿੰਘ, ਇਹ ਸਾਰੇ ਅਸੀਂ ਨਜ਼ਦੀਕ ਇਕੱਠੇ ਸਾਡੇ ਆਪਣੇ ਸਾਰੇ ਭਰਾ ਟੱਬਰ ਸੀ। ਸਾਡਾ ਤਾਏ ਚਾਚੇ ਸਾਡੇ ਆਪਣੇ ਘਰ ਸੀ ਸਾਰੇ? ਸਾਡੇ ਆਪਣੇ ਸਾਰੇ ਘਰ ਸੀ, ਬਾਕੀ ਕੋਈ ਫਾਲਤੂ ਕੋਈ ਨਾ ਸੀ। ਪੁੰਛੀ ਬੰਦੇ ਕੁਛ ਪੁੰਛ ਰਹਿੰਦੇ, ਬਾਕੀ ਅਸੀਂ ਇੱਥੇ ਆ ਗਏ। ਤੇ ਗੱਲ ਸੁਣੋ, ਇਹਨਾਂ ਨੇ ਮੁਸਲਮਾਨਾਂ ਨੇ ਘਰ ਆਇਆ ਸਨ ਤੁਹਾਡੇ ਮਹੱਲੇ 'ਚ? ਸਾਡੇ ਮੁਹੱਲੇ ਕੋਈ ਮੁਸਲਮਾਨ ਘਰ ਨਹੀਂ, ਸਭ ਸਰਦਾਰ ਹੀ ਸੀ। ਅੱਛਾ। ਸਭ ਸਰਦਾਰ ਸੀ। ਵੈਸੇ ਪਲਾਂਦਰੀ 'ਚ ਮੁਸਲਮਾਨਾਂ ਦੀ ਆਬਾਦੀ ਬੜੀ ਸੀ? ਉਹ ਤਾਂ ਪਲਾਂਦਰੀ ਬੜੀ ਸੀ, ਬਹੁਤ ਉਧਰ ਆਬਾਦੀ ਆਈ ਸੀ। ਹਾਂ, ਉਧਰ ਆਏ ਸੀ। ਹਾਂ, ਤੁਹਾਡੇ ਦੂਰ ਸੀ? ਸਾਡੇ ਏਰੀਏ 'ਚ ਕੋਈ ਨਾ, ਸਭ ਸਰਦਾਰ ਹੀ ਸੀ। ਮੇਰੇ ਸਰਦਾਰ ਹੀ ਸੀ ਸਾਰੇ। ਫਿਰ ਆਪਣੇ ਕੈਲੋਟ ਦੇ ਨਾਲ ਜਿਤਨੇ ਪਿੰਡ ਸਾਡੇ ਸਭ ਸਰਦਾਰ ਹੀ ਸਨ। ਅੱਛਾ। ਇਹ ਦਥਾਨ ਹੋਇਆ, ਆਪਣਾ ਇੱਧਰ ਆਪਣਾ ਸਰਾੜੀ ਹੋਇਆ, ਅਤੇ ਇਹ ਸਾਰੇ ਚੀਰੇ ਵੀ ਤਕਰੀਬਨ ਸਭ ਸਰਦਾਰ ਸੀ। ਹਿੰਦੂ ਆ ਸੀ। ਚੀਰੇ ਦੁਕਾਨਾਂ ਤੋਂ ਕੋਣ ਆਇਆ ਸੀ? ਬੜੀਆਂ ਦੁਕਾਨਾਂ ਸੀ। ਸ੍ਰੀਲਾ ਸ਼ਾਹ ਹੁੰਦੇ ਸੀ ਸਾਡੇ ਇੱਥੇ। ਅੱਜ ਕੱਲ੍ਹ ਇੱਥੇ ਪਟੜੀ 'ਤੇ ਉਹਦੇ ਪਰਿਵਾਰ ਸੈੱਟ, ਉਹਦੀ ਡੈਥ ਹੋ ਗਈ। ਲਹਿਣਾ ਸਿੰਘ, ਸ਼ਾਹ ਲਹਿਣਾ ਸਿੰਘ। ਆਹੋ। ਉਹ ਬੜਾ ਤਗੜਾ ਮੰਨਿਆ ਬਰਾਦਰੀ ਭਾਈਚਾਰੇ, ਪੈਸੇ ਵਾਲਾ ਬੰਦਾ ਸੀ ਕਾਫੀ। ਉਹਨਾਂ ਦੀ ਮਤਲਬ ਆਪਣੀ ਬਿਜ਼ਨਸ ਸੀ, ਕਾਫੀ ਦੁਕਾਨਾਂ ਸੀ ਉਹਨਾਂ ਦੀਆਂ। ਔਰ 47 ਉਹਨਾਂ ਲੋਕਾਂ ਨੇ, ਸਰਦਾਰ ਸਾਹਿਬ ਨੇ ਬੜੀ ਮਦਦ ਕੀਤੀ, ਖਾਸ ਕਰਕੇ ਸਾਡੇ ਆਪਣੀ ਬਰਾਦਰੀ ਜੋ ਵੀ ਕੋਈ ਮਤਲਬ ਹੋਇਆ, ਜੋ ਆਇਆ ਨੱਠ ਕੇ ਲੋਕ ਆਏ, ਅਤੇ ਉਹ ਸਾਰੇ ਕੁਝ ਦਿਨ 2-3 ਦਿਨ ਉੱਥੇ ਰੁਕੇ। ਇਸ ਤਰ੍ਹਾਂ ਤੁਸੀਂ ਉੱਥੇ ਛੋਟੇ ਹੋਣੇ ਆ, ਕਦੇ ਚੀਰੇ ਚੂਰੇ ਗਏ ਨੇ ਹੁੰਦੇ ਸੀ? ਚੀਰੇ ਮੈਂ ਛੋਟੇ में ਕਦੇ ਨਹੀਂ ਗਿਆ ਵੈਸੇ, ਆਪਣੀ ਹੋਸ਼ ਵਿੱਚ ਨਹੀਂ ਗਿਆ ਕਦੇ। ਅੱਛਾ। ਇਸ ਤਰ੍ਹਾਂ ਇਸ ਤਰ੍ਹਾਂ ਮੈਂ ਸੁਣਿਆ ਸੀ, ਜਦ ਇਸ ਤਰ੍ਹਾਂ ਗੱਲ ਹੋਈ। ਜਦੋਂ ਅਸੀਂ ਆਏ ਤਕਰੀਬਨ 6 ਸਾਲ ਦਾ ਸਾਂ। ਉੱਥੇ ਸਕੂਲ ਗਏ ਨੇ ਹੁੰਦੇ ਸੀ? ਨਹੀਂ ਆਏ? ਸਕੂਲ ਗਏ ਨੇ ਹੁੰਦੇ ਸੀ? ਸਕੂਲ ਨਹੀਂ, ਉੱਥੇ ਨਹੀਂ ਗਏ। ਅੱਛਾ।
ਇਹ ਨਜ਼ਦੀਕ ਸਾਡਾ ਸਕੂਲ ਸੀ, ਉੱਥੇ ਜਾਂਦੇ ਛੋਟੇ ਮੋਟੇ ਸਕੂਲ ਸੀ, 5ਵੀਂ ਤੱਕ ਜਾਂਦੇ ਸਾਂ ਅਸੀਂ। ਅੱਛਾ। ਉਸ ਤੋਂ ਬਾਅਦ ਅਸੀਂ ਕਿਤੇ ਫਿਰ ਮੁੜ ਕੇ ਪੁੰਛ ਅਸੀਂ ਆ ਕੇ ਦਾਖਲ ਹੋਏ। ਇੱਥੇ ਫਿਰ ਉੱਥੇ ਘਰ ਲੋਕ ਪੜ੍ਹਾਉਂਦੇ ਹੋਣੇ ਸੀ ਕੋਈ ਪੰਜਾਬੀ ਪੰਜੂਬੀ? ਹਾਂ, ਘਰ ਵਾਲੇ ਪੜ੍ਹਾਉਂਦੇ ਹੋਣੇ ਕੋਈ ਪੰਜਾਬੀ ਪੰਜੂਬੀ? ਹਾਂ, ਮਾਤਾ ਪਿਤਾ ਪੜ੍ਹਾਉਂਦੇ ਸੀ ਉੱਥੇ। ਘਰ ਸਾਡੇ ਤਾਇਆ ਜੀ ਪੜ੍ਹੇ ਲਿਖੇ ਸੀ, ਬਾਕੀ ਮੇਰਾ ਚਾਚਾ ਸੀ, ਚਾਚਾ ਬੁੱਧ ਸਿੰਘ ਪੁਲਿਸ ਹੀ ਹੁੰਦੇ ਸੀ, ਉਹ ਪੜ੍ਹਾਉਂਦੇ ਸੀ। ਤੇ ਮੇਰਾ ਬ੍ਰਦਰ ਸੀ ਵਕੀਲ ਮੋਹਨ ਸਿੰਘ ਪੁੰਛ ਸੈੱਟ ਹੋਏ ਸੀ, ਉਹ ਮੁਨਸ਼ੀ ਚਤਰ ਸਿੰਘ ਦੇ ਫਾਦਰ ਦਾ ਨਾਂ ਸੀ। ਉਹ ਪੁੰਛ ਉਹ ਮਤਲਬ ਚੌਥੀ ਪੰਜਵੀਂ ਤੱਕ ਪੜ੍ਹੇ ਸੀ, ਉਰਦੂ ਪੜ੍ਹੇ ਸੀ ਜ਼ਿਆਦਾ, ਮਤਲਬ ਹੋਰ ਕੋਈ ਭਾਸ਼ਾ ਨਹੀਂ ਸੀ ਪੰਜਾਬੀ ਕੁਛ ਨਹੀਂ, ਸਿਰਫ ਉਰਦੂ ਪੜ੍ਹੇ ਸੀ। ਅਤੇ ਪੁਲਿਸ ਅਮੂਮਨ ਉਰਦੂ ਹੀ ਚੱਲਦੀ ਸੀ। ਪੁੰਛ ਅੱਜ ਕੱਲ੍ਹ J&K ਉਰਦੂ ਹੀ ਚੱਲਦੀ ਹੈ, ਉਦੋਂ ਉਰਦੂ ਹੀ ਚੱਲਦੀ ਸੀ। ਹੁਣ ਤਾਂ ਚਲੋ ਹਿੰਦੀ ਪੰਜਾਬੀ ਸਭ ਕੁਛ ਹੋ ਗਿਆ, ਵਿੱਚ ਇੰਗਲਿਸ਼ ਹੀ ਚੱਲ ਰਹੀ। ਉੱਥੇ ਉਸ ਇਸ ਤਰ੍ਹਾਂ ਕੋਈ ਨਹੀਂ ਸੀ ਹੁੰਦਾ, ਛੋਟੇ ਛੋਟੇ ਸਕੂਲ ਹੁੰਦੇ ਸੀ, ਬਸ 10-20 ਬੱਚੇ ਹੋਏ ਬਸ ਮੁਸ਼ਕਿਲ ਨਾਲ। ਅਤੇ ਤੁਹਾਡੇ ਪਿਤਾ ਜੀ ਕੀ ਕੰਮ ਕਰ ਰਹੇ ਸੀ? ਮੇਰੇ ਪਿਤਾ ਜੀ ਫਾਦਰ ਉਹ ਪੁਲਿਸ ਵਿੱਚ ਸੀ। ਅੱਛਾ, ਦਾਦਾ ਵੀ ਪੁਲਿਸ ਸੀ? ਮੇਰਾ ਦਾਦਾ ਪੁਲਿਸ, ਮੇਰੇ ਤਾਇਆ ਜੀ ਮੁਨਸ਼ੀ ਚਤਰ ਸਿੰਘ ਹੁੰਦੇ ਸੀ, ਜੋ ਮੇਰੇ ਦਾਦੇ ਦੀ ਜਗ੍ਹਾ ਉਹਨਾਂ ਨੂੰ ਰਾਜਾ ਸਾਹਿਬ ਨੇ ਇਹਨਾਂ ਦੀ ਉਮਰ ਸਰਵਿਸ ਪੂਰੀ ਹੋ ਗਈ, ਤਾਂ ਉਹਨਾਂ ਨੇ ਕਹਿਣ ਲੱਗੇ ਵੀ ਤੁਸੀਂ ਹਵਾਲਦਾਰ ਸਾਹਿਬ ਮੰਗੋ ਜੋ ਮੰਗਣਾ ਹੈ। ਇਹ ਜੀ ਜੋ ਤੁਹਾਡੀ ਮੇਰੇ ਦਾਦੇ ਨੂੰ ਪੁੱਛਣ ਲੱਗੇ, ਇਹ ਜੀ ਮੇਰੇ 2 ਬੱਚੇ ਜਿਹੜੇ ਉਹ ਥੋੜ੍ਹੇ ਬਹੁਤ ਪੜ੍ਹੇ ਲਿਖੇ ਹੈ ਨਾ, ਅਤੇ ਇਹਨਾਂ ਨੂੰ ਤੁਸੀਂ ਐਡਜਸਟ ਕਰ ਦਿਓ। ਉਹਨਾਂ ਨੇ ਫਿਰ ਮਹਾਰਾਜਾ ਗੁਲਾਬ ਸਿੰਘ ਹੋਰਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਮੇਰੇ ਜਿਹੜੇ ਤਾਇਆ ਸੀ ਬਲਦੇਵ ਸਿੰਘ ਉਹਨਾਂ ਰਾਜੇ ਨੂੰ ਕਿਹਾ ਵੀ ਜਿਹੜਾ ਇਹ ਮੇਰਾ ਬੇਟਾ ਸਰ 2 ਬੱਚੇ ਨੇ, ਅਤੇ ਇੱਕ ਰੂਪ ਸਿੰਘ ਹਵਾਲਦਾਰ, ਇਹ ਹਵਾਲਦਾਰ ਤੋਂ ਮੇਰੇ ਦਾਦਾ ਜੀ ਸੀ। ਤਾਂ ਉਹਨਾਂ ਨੇ ਫਿਰ ਮੇਰੇ ਬੱਚੇ ਨੂੰ ਅੱਗੇ ਮੁਨਸ਼ੀ ਚਤਰ ਸਿੰਘ ਹੁੰਦਾ ਸੀ ਪੁੰਛ, ਉਹ ਡੈਥ ਹੋ ਗਈ ਉਹਨਾਂ ਦੀ, ਕਾਫੀ ਅਰਸਾ ਹੋ ਗਿਆ। ਅੱਛਾ। ਅਤੇ ਉਹਨਾਂ ਦੇ ਬੇਟੇ ਸੀ 2 ਬੱਚੇ ਸੀ, ਵਕੀਲ ਮੋਹਨ ਸਿੰਘ ਐਡਵੋਕੇਟ ਪੁੰਛ, ਡੈਥ ਹੋ ਗਈ ਉਹਨਾਂ ਦੀ, ਡੈਥ ਹੋ ਗਈ। ਛੋਟਾ ਭਰਾ ਹੈ ਉਹ ਵੀ ਪੁੰਛ ਹੀ ਹੈ, ਉਹ ਵੀ ਬਿਮਾਰੀ ਹੈ ਹਲੇ, ਜੋਗਿੰਦਰ ਸਿੰਘ ਉਹਦਾ ਨਾਂ ਹੈ, ਉਹ ਵੀ ਕਾਫੀ ਕਮਜ਼ੋਰ ਹੋ ਗਿਆ ਵੈਸੇ। ਅੱਛਾ, ਫਿਰ ਇਹ ਤੁਹਾਡੇ ਪਿਤਾ ਜੀ ਉੱਥੇ ਪੁਲਿਸ ਸੀ? ਮੇਰੇ ਫਾਦਰ ਵੀ ਪੁਲਿਸ ਸੀ, ਮੇਰੇ ਤਾਇਆ ਜੀ ਸੀ ਮੁਨਸ਼ੀ ਚਤਰ ਸਿੰਘ, ਕੋਈ ਪੁਲਿਸ ਸੀ। ਦਾਦਾ ਜੀ ਉਸ ਰਾਜਾ ਬਲਦੇਵ ਸਿੰਘ ਨੇ ਬਾਡੀਗਾਰਡ ਸੀ, ਤੁਹਾਡੇ ਫਾਦਰ ਸਾਹਿਬ ਵੀ ਬਾਡੀਗਾਰਡ ਹੀ ਰਹੇ ਉਸਨੇ? ਹਾਂ ਹਾਂ, ਤੁਹਾਡੇ ਫਾਦਰ ਸਾਹਿਬ ਵੀ ਇੱਥੇ ਰਹੇ? ਅਤੇ ਇਸ ਦਾ ਮਤਲਬ 47 ਤੱਕ ਤੁਹਾਡੇ ਫਾਦਰ ਸਾਹਿਬ ਉੱਥੇ ਰਹੇ ਉਸਨੇ ਬਾਡੀਗਾਰਡ? 47 ਤੋਂ ਬਸ ਸਾਡੇ ਭਰਤੀ ਉਦੋਂ ਹੋਏ ਸੀ ਮੁਨਸ਼ੀ ਤਾਇਆ ਜੀ, 47 ਅਸੀਂ ਵਾਪਸ ਆਏ। ਅੱਛਾ। ਉਸ ਤੋਂ ਬਾਅਦ ਚਲੋ ਵਾਪਸ ਵਾਲੀ ਵੀ ਕਰਦੇ ਹਾਂ। ਅਤੇ ਤੁਸੀਂ ਕਿੰਨੇ ਭੈਣ ਭਰਾ ਸੋ ਅੱਗੇ? ਅਸੀਂ 2 ਭਰਾ ਸੀ, ਅਤੇ ਜਦੋਂ ਅਸੀਂ ਆਏ ਤਾਂ 2 ਭਰਾ ਸੀ ਅਸੀਂ, ਮੇਰੇ ਤੋਂ 2 ਸਾਲ ਛੋਟਾ ਸੀ। ਦੂਸਰੇ ਭਰਾ ਦਾ ਨਾਮ ਸੀ? ਰਣਜੀਤ ਸਿੰਘ ਨਾਂ ਸੀ ਉਹਦਾ। ਅੱਛਾ। ਹਾਂ, ਉਹਨੇ ਡੈਥ ਹੋ ਗਈ 47 ਜੀ, ਉਹਨਾਂ ਦੀ ਕੋਈ 48 ਦੀ ਡੈਥ ਹੋ ਗਈ। ਅੱਛਾ। ਹਾਂ, ਉਦੋਂ ਅਸੀਂ ਪੁੰਛ ਐਡਜਸਟ ਹੋਏ ਸਾਂ, ਅਤੇ ਉੱਥੋਂ ਵੀ ਉਹਨਾਂ ਦੀ ਡੈਥ ਹੋ ਗਈ। ਉੱਥੇ ਪੁੱਛ ਜ਼ਮੀਨ ਜਮੂਨ ਚੰਗੀ ਸੀ? ਜ਼ਮੀਨ ਹੈ ਸੀ ਉੱਥੇ, ਕਾਫੀ ਜ਼ਮੀਨ ਸਾਡੀ ਆਪਣੀ, ਬੜੀ ਵਧੀਆ ਜ਼ਮੀਨ ਸਰ, ਬਲਕਿ ਪਲੈਨ ਜਗ੍ਹਾ ਸੀ। ਅਤੇ ਮੇਰੇ ਮਦਰ ਦੀ ਮੇਰੀ ਉੱਥੇ ਪੁੰਛ ਹੀ ਆ ਕੇ ਡੈਥ ਹੋ ਗਈ। ਅੱਛਾ। ਅਤੇ ਮੇਰੇ ਫਾਦਰ ਸਾਹਿਬ ਦੇ ਜਿਹੜੇ ਅਸੀਂ ਪਾਜੜ ਪਈ ਹੈ, ਅਤੇ ਮੇਰੇ ਤਾਇਆ ਜੀ ਵੀ ਮੁਨਸ਼ੀ ਚਤਰ ਸਿੰਘ ਹੋ ਰਹੀ, ਅਤੇ ਮੇਰਾ ਫਾਦਰ ਦਾ ਨਾਂ ਸੀ ਸਰਦਾਰ ਨੈਣ ਸਿੰਘ। ਉਹ 2 ਭਰਾ ਰਾਵਲਾਕੋਟ ਐਡਜਸਟ ਹੋਏ ਸੀ। ਅਤੇ ਬਾਅਦ ਜਿਹੜੇ ਪਾਜੜ ਪੈ ਗਈ, ਅਤੇ ਤਾਇਆ ਜੀ ਦੇ ਨਿਕਲ ਕੇ ਆਏ, ਲੇਕਿਨ ਮੇਰਾ ਫਾਦਰ ਸਾਹਿਬ ਜਿਹੜੇ ਸੀ ਉਹ ਤਕਰੀਬਨ ਕੋਈ 20 ਦਿਨ ਬਾਅਦ ਵਾਪਸ ਪਿੱਛੇ ਛੁਪ ਛਾਪ ਕੇ ਦੁਸ਼ਮਣ ਕੋਲੋਂ, ਉਗਰਵਾਦੀਆਂ ਕੋਲੋਂ ਛੁਪ ਕੇ ਤਾਂ ਫਿਰ ਉਹ ਪੁੰਛ ਪੁੱਜੇ ਸੀ, ਤਕਰੀਬਨ ਮਹੀਨੇ ਬਾਅਦ ਆਏ। ਅੱਛਾ। ਇਹ ਰਾਵਲਕੋਟ ਉੱਥੇ ਪੁਲਿਸ ਹੀ ਸੀ? ਉੱਥੇ ਥਾਣਾ ਸੀ, ਉੱਥੇ ਰਾਵਲਕੋਟ ਥਾਣੇ ਹੁੰਦੇ ਸੀ। ਉੱਥੋਂ ਜਿਹੜੇ ਪਾਜੜ ਪੈ ਗਏ ਆ ਗਏ, ਉਗਰਵਾਦੀ ਪਿੱਛੋਂ ਆ ਗਏ, ਅਤੇ ਕੁਆਲੀ ਆ ਗਏ, ਉਹਨਾਂ ਨੇ ਆ ਕੇ ਨਹਿਰੇ ਡੂਰੇ ਮਾਰੇ, ਅਤੇ ਸਾਡੇ ਲੋਕ ਨੱਠ ਪਿੱਛੋਂ ਆਵਾਜ਼ਾਂ ਆਈਆਂ ਵੀ ਤੁਸੀਂ ਨੱਠ ਜਾਓ, ਇਸੇ ਆ ਗਏ ਉਗਰਵਾਦੀ ਆ ਗਏ, ਅਤੇ ਕੁਆਲੀ ਆ ਗਏ, ਤਾਂ ਤੁਸੀਂ ਨੱਠੋ ਆਪਣੀ ਜਾਨ ਬਚਾਓ, ਸਾਰੇ ਚੀਰੇ ਪੁੱਜੋ। ਜਿਹੜੀਆਂ ਲੋਕਾਂ ਆਵਾਜ਼ਾਂ ਮਾਰੀਆਂ, ਇਹ ਉੱਥੇ ਨੇ ਲੋਕਲ ਮੁਸਲਮਾਨਾਂ ਵੀ ਉਹ ਮੁਸਲਮਾਨ ਜਿਹੜੇ ਉੱਥੇ ਦੇ ਮੁਸਲਮਾਨ ਸੀ ਪਿਛਲੇ, ਉਹ ਵੀ ਨਾਲ ਲੱਗੇ, ਉਹ ਵੀ ਸ਼ਾਮਲ ਹੋ ਗਏ। ਪਿੱਛੋਂ ਪਠਾਨ ਵਗੈਰਾ ਲੋਕ ਆਏ, ਬਲੋਚੀ ਵਗੈਰਾ। ਪਹਿਲੇ ਤਾਂ ਚੰਗੇ ਸੀ ਇਹ ਮੁਸਲਮਾਨ? ਹਾਂ, ਪਹਿਲੇ ਸਾਡੇ ਏਰੀਏ ਕੋਈ ਮੁਸਲਮਾਨ ਸੀ, ਸਾਡਾ ਇੱਕ ਨੌਕਰ ਹੁੰਦਾ ਸੀ, ਉਹ ਜਿਹੜਾ ਸਾਡੇ ਥੋੜ੍ਹਾ ਕੰਮ ਕਰਦਾ ਸੀ, ਉਹ ਮੁਸਲਮਾਨ ਸੀ, ਬਾਕੀ ਸਾਡੇ ਏਰੀਏ ਕੋਈ ਮੁਸਲਮਾਨ ਨਹੀਂ ਸੀ ਨਜ਼ਰ ਆਉਂਦਾ। ਹਾਂ, ਇਹ ਵੈਸੇ ਉਹ ਵੀ ਠੀਕ ਸਨ। ਕਾਰਨ ਇਹ ਹੋਇਆ ਕਿ ਜਦੋਂ ਉਹਨਾਂ ਲੋਕਾਂ ਸੁਣੀ ਪੰਜਾਬ ਜਾਂ ਗੁਜਰਾਤ, ਉਹਨਾਂ ਇਲਾਕਿਆਂ ਰਾਜਸਥਾਨ 'ਚ, ਉਧਰ ਮੁਸਲਮਾਨਾਂ ਨਾਲ ਧੱਕਾ ਹੋਇਆ ਉਧਰ, ਹੈ ਨਾ, ਉਸੇ ਚੱਕਰ 'ਚ ਇਹ ਲੋਕਾਂ ਨੂੰ ਵੀ ਫਿਰ ਕੁਦਰਤੀ ਗੱਲ ਹੈ, ਇੱਕ ਰਿਸ਼ਤਾ ਹੁੰਦਾ ਜਿਹੜਾ। ਸਾਡੇ ਲੋਕ ਲੇਕਿਨ ਜਿਹੜੇ ਆਏ ਨਾ ਬਾਹਰੋਂ ਲੋਕਾਂ ਨੇ ਜ਼ਿਆਦਾ ਤਕਰੀਬਨ ਨੁਕਸਾਨ ਪਹੁੰਚਾਇਆ, ਬਾਕੀ ਜਿਹੜੇ ਲੋਕਲ ਸੀ ਉਹ ਇਸ ਤਰ੍ਹਾਂ ਕੁਛ ਨਹੀਂ ਕੀਤਾ ਉਹਨਾਂ ਨੇ। ਅੱਛਾ, ਪਿਤਾ ਜੀ ਉੱਥੋਂ ਤੁਹਾਡੇ ਫਿਰ ਆਪਣਾ ਰਾਵਲਾਕੋਟ ਮੁੜ ਕੇ ਘਰ ਆਏ? ਫਿਰ ਮੈਨੇ ਤਕਰੀਬਨ ਘਰ ਪੁੱਜੇ, ਬੜੇ ਛੱਪਦੇ ਲੁਕਦੇ ਭੁੱਖੇ ਹੋ ਗਏ, 3-4 ਅਸੀਂ ਮੈਂ ਘਰ ਹੀ ਸਾਂ, ਉਹਦੇ ਅਸੀਂ ਪੁੰਛ ਰਹਿੰਦੇ ਸਾਂ। ਪੁੰਛ ਪਹਿਲੇ ਆ ਗਏ ਸੋ ਤੁਸੀਂ? ਅਸੀਂ ਪਹਿਲੇ ਨਿਕਲ ਕੇ ਆ ਗਏ ਨਾ, ਇਹ ਅਸੀਂ ਨਿਕਲ ਕੇ ਪਹਿਲੇ ਅਸੀਂ ਰਾਤੀ ਹਜੂਮ ਜਿਹੜੇ ਫਾਇਰਿੰਗ ਹੋਈ, ਜਿਹੜੇ ਆ ਗਏ ਪਿੱਛੋਂ ਨਹਿਰ ਕਵਾਲੀ ਆ ਗਏ, ਅੱਜ ਪੂਰੀ ਭਾਂਤੀ ਨੱਠ ਕੇ ਸਾਰੇ ਚੀਰਾ ਆ ਗਏ ਸਾਰੇ। ਅੱਛਾ। ਉੱਥੇ ਆ ਗਏ, ਉੱਥੇ ਕੁਝ ਦਿਨ ਰੁਕੇ, 2-4 ਪੁਲਿਸ ਵਾਲੇ ਸੀ, ਪੁਲਿਸ ਦੇ ਇਤਨੇ ਆਏ ਰਹੇ ਸੀ ਸਭ, ਪਬਲਿਕ ਪੂਰੀ ਏਰੀਏ ਸਾਰੀ ਪਬਲਿਕ, ਬੜੀ ਦੁਨੀਆ ਭੁੱਖੇ ਨੰਗੇ ਭੁੱਖੇ, ਲੇਕਿਨ ਸ਼ਾਹ ਜੀ ਸਾਰਿਆਂ ਨੇ ਬੜੀ ਪਬਲਿਕ ਦੀ ਮਦਦ ਕੀਤੀ। ਉਸਲੇ ਜੋ ਉਹਨਾਂ ਕੋਲ ਅਨਾਜ ਵਗੈਰਾ ਹੁੰਦਾ ਸੀ ਉਹ ਉਹਨਾਂ ਨੇ ਮਦਦ ਕੀਤੀ, 2-3 ਦਿਨ ਲੰਗਰ ਖਿਲਾਇਆ, ਲੇਕਿਨ ਜਿਹੜੇ
पब्लिक के साढ़े नज़दीक तक किलोमीटर के अंदर अंदर साढ़े मकान उन्हें फूक छड़े आके तो उसने सानू फिर पिछों जिले इतों महाराज की जो गड़बड़ हुई है तो इतों फिर महाराज ने फिर पुलिस अपना लिख के जो दे दिता सेंटर नूं ते सेंटर वाले फिर आर्मी भेजी उन्हें आर्मी भेजी इतने तो इतों आर्मी फिर पुंछ गई है फिर उस आर्मी के सर ब्रिगेड कमांडर साहब ब्रिगेड प्रीतम सिंह उन्होंने आके साड़ी पब्लिक को जरा संभालिया और अपनी प्रोटेक्शन भी भेजी पुंछों तो जाओ उन्होंने कट के फिर साड़ी प्रोटेक्शन वास्ते साड़ी आर्मी साढ़े नाल आई है असी साइडा ते सज्जे हत्थ भी आर्मी खब्बे हत्थ वाली सेंटर छोटी रोड सी वो चलती सी प्रोटेक्शन फिर सानू राती 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 उतने गया असीं पुजे मतारपुर उत्थे राती रुके फिर सवेरे उत्ते खेतां मंजियां अस्सू का टाइम से अस्सू महीना से तो उत्थे असीं राती उत्थे रुके उस तो फिर सवेरे फिर मुड़ के चल के रातों रात चल गए असीं 15 किलोमीटर साढ़ा चीरे तो मतलब 15 किलोमीटर से किलोमीटर मील का होता अज किलोमीटर अज बन गए पहले मील से 15 मील बाद असीं फिर पुछ आके पुंछ पुजे पुंछ आके फिर सानू लै गए अपना पुंछ कॉलेज है जो एजुकेशन कॉलेज है उत्थे 10वीं तक स्कूल 12वीं तक स्कूल होंदा सी कि यार 10वीं तक उत्थे फिर उन्हें सानू रखा उत्थे 2-3 दिन असीं रुके उत्थे सारी पब्लिक उत्थे आके रोटी कुछ नहीं सी कणियां सानू दित्तियां खाने वास्ते बड़ी मुश्किल नाल बिच सुसलियां फिरदियां सी ते बड़े कुछ आस्ते आस्ते गौरमेंट ने फिर सानू कोई मकान फिर सानू पहले असीं 3-4 दिन उत्थे रहे मतलब इस तरह कोई टेंट नहीं कुछ नहीं सानू टेंट नहीं कुछ नहीं सर बस तेरी कणियां निमकने से मिलता उत्थे बाकी साडू निमकने से मिलता कुछ आई नहीं सी उत्थे पब्लिक फिरे फिर पिछू पब्लिक गौरमेंट ने फिर सेंटर नूं जहाज के रस्ते फिर पैराशूट चावल राशन थले सुट्टिया तो फिर सानू राशन मिले फिर आस्ते आस्ते जेह्ड़े मुसलमान पुंछ दे मुसलमान सी वो सब डट के पार चले वो फिर उन्हें जगह सानू गौरमेंट मुसलमान फिर नस के किहड़े पासे पार टप्पे इधर से कश्मीरी से अपने पुंछ अपना इधर पुंछ साइड से मुसलमान आए सी पुंछ विच देखो उन्होंने डर पै गया ना भी इन्ना हजूम इकट्ठा हो गया इन्हां नाल पिछे धक्का भी बड़ा होया इन्हां साडे नाल धक्का करन सानू फिर बदला मोने दे को नट के साडे पब्लिक सब मुसलमान नस गए फिर सब अपनी आबादी सब लोग अपने हो गए पर जेह्ड़े उन्हें छड्डे दे मकान वो असीं साम ले तो तुसां भी मकान मलिया असां बल्लिया सी एक असें उत्थे साडा पूरा परिवार साडा उत्थे आ गया जितने साडे रिश्तेदार सन कामसर जगह उसका नाम है कामसर जगह ना असीं पुंछ कामसर किहड़ी जगह पुंछ सिटी च नाल ही थोड़े अपने जेल ग्राउंड के नाल ही पिछले बैक साइड से पैंदा कामसर उत्थे असीं काफ़ी दिन उत्थे रहे फिर असीं गौरमेंट ने भी सानू बंदोबस्त किया असीं उत्थे रहे काफ़ी 5-6 साल उत्थे रहे उस तो बाद फादर साहब मेरे बदली हो गई चले गए मेंढर उत्थे थाना पै गया उत्थे चले गए जिसले तुसीं इत्थे पुंछ आए हो तो तुहाडे कोई महीने बाद आए पिता जी वापस असीं पहली दफा पुंछ साढ़े परिवार ही पहली दफा पहले कदे नहीं साढ़े फादर ना तुहाडे पिता जी तो उसले रावलाकोट सी वो रावलाकोट सी फिर बाद आए हाँ उस तो बाद वो जिले चले गए 47 फिर उस तो रावलाकोट सी सिर ड्यूटी बाग तहसील रावलाकोट वगैरह इधर फिर तुहानू आगे पुंछ मिले हाँ बाद ही आके पुंछ महीने बाद सानू आके मिले वो सानू लोड़ के तो असी कुदरती असी नाल ही जितों उधरों आए पिछले बैक साइड तो जिधरों आर्मी का हैडकुआटर पिछले ब्रिगेड हैडकुआटर तरफों इधरों वो रोड फड़ के आ जाते 3-4 पुलिस वाले सी नाल कुछ होर अपने नाल सिविलियन से अपने जेह्ड़े भुखे पाने छुपते छपते पब्लिक मतलब उग्रवादियों को छप के जेह्ड़े कुआली आए सी उन्होंने छप के फिर अपनी जान बचा के पुंछ पुजे फिर वो सानू उत्थे मिले अच्छा गल सुनो पुंछ किन्ना चिर रहे हो तुस पुंछ असी थोड़ी देर रहे मेरे मदर की डेथ हो गई पुंछ आ गए मैं मेरे फादर चले गए मेडर ड्यूटी चली गई तो ताया जी मेरे वो भी चले गए आगे उधर मंडी वाले पासे पिछे फिर घर तो स्कूल रहे हो मैं घर पर उत्ते मेरी दादी जी सी मेरे चाचा जी सी साधु सिंह नाम से अजकल भोर रहे वो भी ठीक नहीं है तो उन्होंने को मैं रहा तो मेरे ब्रदर जी मेरे को साल बड़ा सी छोटा सी उसकी डेथ हो गई मैं कल्ले रह गया अच्छा मैं कल्ला ही रह गया फिर मेरी मदर की डेथ हो गई छोटी बच्ची हुई मेरी सिस्टर छोटी बच्ची कोई हफ्ते अंदर वो डेथ हो गई तो उस तो बाद फिर मेरे फादर साहब ने चले गए मेंढर तो मैं फिर मेरी दादी जी मैं उन्होंने को रहिंदा सा उस तो बाद फिर असीं कामसर चले गए उत्थे रहिंदे रहे असीं जिसले मैनू फायरिंग हुई उसले पारों छज्जे पिकड़ तो ते मैनू अजे भी बांह ते निशान उत्थे उस 5 बंदे मरे सी मतलब कृपाल सिंह हुंदे सी जेह्ड़े अजकल नरवाल सतवारी रहिंदे सी उन्हें डेथ हो गई दी है तो उन्हें अगे बच्चे तो उन्होंने अपने पहले ब्याह च उसे चुल्हे अगे बैठे सी आग सेकते सी उन्होंने छोटे ब्रदर से वो भी उत्थे रहिंदे सी ते नाल उनकी मदर सी तो वो अपने छोटा साला सी उन्होंने 12-15 साल का वो भी उन्होंने को रहिंदा सी वो भी कल्ला रह गया बेचारा उसका कोई नहीं पिछे बैक साइड उसकी सीट से साला साहब जो मेहता साहब सी मतलब कृपाल सिंह वो चुल्हे आगे बैठे आग सेकते सी तो पारों बम आया छज्जे पिकड़ तो वो आगे दीवार ही बचे मैं दीवार में बैठा तो मेरा ब्रदर ही छोटा
वो उत्थे बैठे थे मेरी दादी जी तो वो भी डैथ हो गई है तो मेरे अपने चाचा जी से वो भी आजकल है ना असी बैठे चूल्हे आगे आग सेकते थे तो मेरा ब्रदर सी वो पट्टू कहते उसले पट्टू ना पेडा बनाया होंगे सी वो नाल मांझा सी उहदे पर छोटा बच्चा सी कोई मतलब कोई 3 साल 3.5 साल का होना तो उत्थे उस सुता सी तो मतलब मैनू इत्थे लगी तो नाल बरांडा सी बरांडे च वो मतलब कृपाल सिंह के छोटे भरा सी शिवदयाल सिंह उन्हें मतलब दो आग सेक रहे चूल्हे आगे बैठे थे तो नाल ही वो जो बंब छिमड़ लगी उन्हें तो लत्त इतों कट गई तो उन्होंने फटाफट चुक के अंदर लै गए तो नाल वो दूए पासे जो दूआ बरांडा सी उत्थे माता कृपाल सिंह उसकी मिसिज तो उन्हें छोटी बच्ची सी 7-8 साल की वो सेंटर में बैठी सी तो उन्हें जो साला साहब से वो बिस्तरा कर रहे थे अपना बिस्तरा करते करते उन्होंने टुकड़े हो गए इस तरह जबरदस्त बंब सी भी निशान लग मैंने बांह ते निशान है मेरे को निशान आया था तो वो बिस्तरा करते करते जिसले माता कृपाल सिंह सी उन्होंने अपनी असली उसले बैंकर हर आदमी ने बैंकर खोदे सी अपने मकान के आगे बैंकर बनाए सी असी तो उत्थे जिसले उन्होंने बंब लगा कुड़ी चुक के फटाफट तो लै गए अपनी मिस नाल लैके तो मुरचे चले गए तो उस सारे जाके उत्थे जाके देखने तो बच्ची तो खत्म तो लक इतों कट गया सी तो जो शिव छोटा भरा से शिबू ना से शिवदयाल सिंह ना से उन्होंने तो वो अपनी मदर को देखा तो वो लत्त कट के खून खिंच के अंदर नाल कमरा से उत्थे लै गए उत्थे जाके उन्होंने देखा तो वो बिल्कुल लत्त कटी सी वो बिल्कुल बेहोश हो गए इन्नी देर मेरे फादर साहब पुलिस भी सी वो पेट्रोलिंग कर रहे सी उन्होंने नाल एक ASI सी नाल 2-3 जवान से वो जिसले पिछू पूछा उन्हें कौन सी चौक है सेंटर चौक मैन चौक है उन्हें पूछा कि आवाज़ कितों आई है जी थले वाले पासों इधरों आई है सुथरे की बावली जगह ना पुलिस शायद सुनिया होना तुसीं भी सुथरे की बावली कहते उन्होंने उत्थे है जी कोई साइड से आवाज़ आई है बम आया पारों अच्छा वो फिर पुलिस आई मेरे फादर भी नाल सी तो उन्हें देखा आगे जाके पूछा जी नाल और लोग बाहर गया जी आवाज़ के बम कितने फटिया है जी नाल तुहाडे घर वाले पासे है वो फिर मेरे फादर साहब जल्दी आए आगे देखने तो उत्ते धुआं ही धुआं तो पब्लिक इकट्ठी हुई थी तो फिर उन्होंने पुलिस वाले कहा पब्लिक साड़ी हटाई वाली पीछे हटाओ कोई होर बम आ जाना वो देखा तो असी मैनू चुके फिर लै गए अस्पताल वो फिर माता कृपाल सिंह बच्ची ने चुके ले आए वापस देखा तो वो खत्म हो गई उन्हें मदर सी वो खत्म हो गई तुस पुंछ फिर कितना चिर रहे हो टोटल पुंछ असी 47 तक 1.5 साल रहे उस तो बाद मैं चला गया मेंढर मेरे फादर मेंढर हो गई मेरी मदर डेथ हो गई तो उस तो बाद 1.5 साल बाद 2 साल बाद फिर मेरे फादर ने दूसरी शादी की थी अच्छा हाँ वो शादी की थी तो फिर वो मेरी स्टेप मदर हो गई तो फिर उसके विच एक बच्चा सी वो अजकल जो है मेंढर एडजस्टेंट अच्छा वो मेंढर हैं वो मेंढर हैं पिताजी मेंढर ही है मेरी सानू जमीन पर मेंढर अलाटमेंट हुई है अच्छा ਅਸੀਂ 4 ਜ਼ਮੀਨ ਸੀ ਉਹ ਸਾਡੀ ਉੱਥੇ ਅਲਾਟਮੈਂਟ ਹੋਈ ਆ ਤੇ ਫਾਦਰ ਮੇਰੇ ਨੇ ਜਦ ਜਿਹੜੇ ਉੱਥੇ ਹਸਪਤਾਲ ਲੈ ਗਏ ਹਸਪਤਾਲ ਨੂੰ ਪੱਟੀਆਂ ਪੁੱਟੀਆਂ ਕੀਤੀਆਂ ਟਾਂਕੇ ਟੂਕੇ ਲਾ ਕੇ ਤੇ ਬਾਕੀ ਉਹਨੇ 2 ਬੰਦਾ ਗੌਰਮੈਂਟ ਫਿਰ ਸੰਸਕਾਰ ਕਰਾਇਆ ਨਾਲ ਗੌਰਮੈਂਟ ਨੇ ਮਦਦ ਕੀਤੀ ਆ ਕਪੜਾ ਛਪੜਾ ਲੱਕੜ ਕੋਈ ਨਹੀਂ ਸਾਡੇ ਕੋਲ ਮੈਂਡਰ ਕਿੰਨਾ ਚਿਰ ਰਹੇ ਹੋ ਮੈਂਡਰ ਅਸੀਂ ਤਾਂ ਮਤਲਬ ਅਸੀਂ 48 49 ਤੋਂ ਲੈ ਕੇ ਤੇ ਕੋਈ 54 ਤੱਕ अच्छा उस तो बाद फिर जम्मू आए हो और मैं उत्थे मेरी जो फादर मेरी डेथ हो गई मेरे फादर डेथ हो गई पुंछ आए सी इत्थे आके उन्होंने डेथ हो गई उस तो बाद मैं फिर उतों मेरे जो रिश्तेदार से मेरी स्टेप मदर सी उन्हें फिर दूसरी शादी कर ली अच्छा जिसने दूसरी शादी की तो मेरे पेरेंट्स उन्होंने मैनू अपने को लै गए भाई कल इसनूं मरवा छड्डेगी वो हिंदू सी पुलिस थोड़े माता जी की भी डेथ हुई पिताजी ने भी डेथ हुई दादी जी सारे मदर की डेथ हो गई फिर पिताजी डेथ हो गई बाद फिर बाद शादी की तुस किस को रहे हो मुड़ के फिर मैं अपने ताए चाचे को रहा अच्छा वो मुंशी चतर सिंह वो मेरा ताया जी सी उन्होंने को कुछ दिन ठहरिया मैं कुछ 6 महीने रहा फिर मेरे मामा जी सी मामा प्रीतम सिंह जी वो रहते सी कुठूए उन्होंने फिर मेरे ताए जी को चिट्ठी दी कि तुसी मेरे वास्ते रघबीर सिंह मेरा नाम रघबीर सिंह है उन्होंने मेरे को भेज दिया फिर उन्होंने मैंने कुठूए आके अपने छड्ड गए तो मैं फिर 8वीं पास की उत्थे पढ़ता 3-4 साल उत्थे रहा कुठूए उत्थे रह के फिर मैं 8वीं पास की फिर मैं वापस आ गया जम्मू भोर मैं फिर मेरा चाचा साधु सिंह अजे भी मौजूद है भोर रहिंदे ने उन्होंने को रहा फिर मैं उत्थे रह के तो फिर मैं अभी काफ़ी कोशिश की आगे पीछे चल चुर फिर फुर के कर कुर के फिर मैं आर्मी भर्ती हो गया लेकिन फिर मेरे चाचा जी चाचा कान सिंह जी चाचा साधु अपना बुद्ध सिंह वो चाचा साधु की डेथ हो गई है अपने बुद्ध सिंह डेथ हो गई है तो चाचा कान सिंह की डेथ हो गई है
उन्होंने फिर मैंने आर्मी नहीं जाने दिता। वो आखन लगे साढ़े भरा दा तू एक बच्चा है तो तू कुछ जैसे उतरना चाहिए अपनी भाषा कर ले ना जा उधर तू। असी इतने पुलिस अदू भर्ती हो रही थी JNK पुलिस फर्स्ट बटालियन JNK की आर्मी पुलिस भर्ती हो रही थी तो उत्थे फिर मैंने फिर उन्होंने आर्मी नहीं जान दिता और मैंने उन्होंने भर्ती करा पुलिस में। अच्छा तुम आर्मड च भर्ती हो? मैं फिर आर्मड च भर्ती हो गया। किहड़े साल भर्ती हो आर्मड? मैं 60 भर्ती होया। अच्छा आर्मड फर्स्ट 60 खड़ी हुई? 60 फर्स्ट बटालियन आर्मी पुलिस वो आजकल मतलब आजकल तो काफ़ी यूनिट बन गई हुण देखो लेकिन उस ना ते नहीं मैं भी आर्मड च ही हाँ। अच्छा जी मैं देखो मैं पहली बटालियन जी आजकल नंबर नहीं है पहला ਉਹਦੀਆਂ 14 यूनिटां ਬਣੀਆਂ 14 ਤੋਂ ਬਾਅਦ ਆਰਮਡ ਖਤਮ ਹੋ ਗਈ। बट खत्म हो गई ਉਸ ਤੋਂ ਬਾਅਦ ਫਿਰ ਆਰਮਡ ਦਾ IRP ਬਣ ਗਈ भी आई 20 ਤੋਂ ਉੱਪਰ ਚਲੇਗੀ। हाँ बिल्कुल अच्छा, उस तो बाद फिर हाँ जी उस तो बाद फिर मैं जिले साढ़े फिर 66 ਵਿੱਚ जाके 66 तक मैं आर्मी पुलिस ही रहा इतने अपने जिथे अपने तभी नाल ही है ना जिथे AC चौक इतने मैं असी रहा 6 साल इतने असी रहे। तो उस तो बाद फिर 66 ਵਿੱਚ जाके BSF आर्मी चलेगी फिर BSF बन गई उत्थे उस तो फिर असी BSF चले गए। साड़ी पूरी यूनिट जी सी आर्मी जी विलिंग लोग अच्छा दो बटालियन गई सन ना आर्मड फर्स्ट आर्मड सेकंड आहो पर फिर वो जी यूनिट पर BSF बन गई जो पूरी यूनिट फिर कोई नो बिलिंग हो गई कश्मीरी खास करके जो नो बिलिंग हो गए। बाकी साढ़े JNK के राजपूत या असी लोग पुंछ के लोग सा ਅਸੀਂ ਸਾਰੇ ਬਿਲਿੰਗ ਹੋ ਕੇ यूनिट ਨਾਲ ਚਲੇ ਗਏ ਸੀ। तो यूनिट ਤੋਂ ਬਾਅਦ BSF ਬਣ ਗਏ ਫਿਰ ਅਸੀਂ BSF ਨਾਲ ਐਡਜਸਟ ਹੋ ਗਏ। ਫਿਰ ਅਸੀਂ ਕਿੰਨੀ ਨੌਕਰੀ ਕੀਤੀ ਫਿਰ ਰਿਟਾਇਰ? ਮੈਂ ਸਾਰੇ 33 ਸਾਲ ਕੁਝ ਮਹੀਨਾ ਨੌਕਰੀ ਕੀਤੀ ਹੈ ਤੇ ਮੈਂ 94 ਰਿਟਾਇਰ ਆਇਆ। ਅੱਛਾ 94 ਚ ਰਿਟਾਇਰ ਆਇਆ। ਇੱਥੇ ਪਟਰੀ ਚ ਤੁਸੀਂ ਕਦੋਂ ਸੈਟਲ ਹੋਏ ਹੋ? ਪਟਰੀ ਅੱਗੇ ਤੱਕ ਮੈਂ 58 59 ਅਸੀਂ ਆ ਗਏ। ਮੇਰੇ ਚਾਚਾ ਤਾਏ ਇੱਥੇ ਰਹਿੰਦੇ ਚਾਚਾ ਕੌਣ ਸਿੰਘ ਫਿਰ ਇਹਨਾਂ ਕੋਲ ਮੈਂ ਭਰਤੀ ਹੋ ਗਿਆ। ਫਿਰ ਇਹਨਾਂ ਆਪਣੇ ਨਾਂ ਰੱਖਿਆ ਮੈਨੂੰ ਇੱਥੇ ਹੀ ਆ ਕੇ ਜਗ੍ਹਾ ਲਈ। ਫਿਰ ਮੈਂ ਆ ਕੇ ਮਕਾਨ ਇੱਥੇ गवर्नमेंट जगह पटड़ी से सारी पब्लिक ने बसाया थे आगे सारे लोगों ने 10 मरले प्लाट दिते तो इसका नाम फिर बन गया बस्ती। सारे लोग जो असी इतने एडजस्ट सब भांती के रहने वाले असी सब भांती पूरी पटड़ी जी है टाली मोड़ पटड़ी साड़ी पूरी भांती है। अच्छा गल सुनो उस तो बाद 94 तो बाद तुस अगे हुण फिर तने कोई काम काई कीता? मैं कोई काम नहीं किया महाराज। मैं सेहत भी सर सीखना सी फिर मैं फिर बेला रहा। फिर जमीन में मेरी जमीन जी मेरी मैंटर सी तुहानूं दस्सिया पहले मैं वो मेरे जो स्टैप मदर जो मेरा ब्रदर सी वो सारी उन्हें सामभ ली तो मैंने कुछ नहीं दिता मैंने कुछ नहीं देता उन्हें। नहीं इतने खरीदी जगह तुसा? इतने फिर मैं 2 कनाल जगह मेरे को इसलिए है टोटल तो मैं अपने उत्ते गुजारा करदा नाले गवर्नमेंट कोई पेंशन मिलती है। अच्छा वो मेरा पेंशन मेरी 2250 रुपये 22,500 रुपये पेंशन। नहीं बच्चे तो साढ़े आगे बच्चे मेरे बच्चे 3 गुड्डियाँ सन मेरिया तो तीनों एक बड़ी गुड्डी 2 पुंछ भेजियाँ सी तो एक मेरी बच्ची है तो अपने क्या टटकोटा नगर उत्थे शादीशुदा है उत्ते घर एक बच्चा है। तो बेटा मेरा MC की है लेकिन नौकरी नहीं मिल रही है जगह जगह धक्के खा रहा है। अच्छा तो कोई गवर्नमेंट तरफ कोई मदद नहीं मिली तो ना ही कोई किसी अज तक सानू कोई एडजस्टमेंट रहा। बच्चा मेरा 28-30 साल का होने लगा है तो कोई नौकरी नहीं मिल रही है। चलो जी तुसां बड़ी मेहनत की जी बड़ी मेहनत की महाराज। दुखांत बड़ा है माता दी डेथ पिता दी डेथ दादी पूरा कल्ला वाहिद बंदा इसलिए कल्ला बंदा मैं मेरा कोई जैसे मैं मेरे सब चाचे ताए सब खत्म हो गए। एक चाचा रह गया वो बेचारा मंजे लगा था उसको 15 साल हो गए बीमारी है। चलो जी बड़ी कमाल ही देखो उस टाइम चाचे ताए भी बड़े खिच करते थे बहुत मुश्किल कटी है। अच्छा इस तरह कितने अज बैठे नहीं अपना चेते आना पिछला इलाका कोई जा सकते हैं पछाण अगर कोई साधन हो तो जा सकते हैं अपने मैं एरिया पछाण लेंदा। मैं मेरे आया तो मेरे 6 साल उम्र सी 6 साल 2 महीने 6 साल दी है पछाण लेना कुछ इतना कोई जैसे लेकिन कुछ आला पोला जमाना जी आजकल बड़ा चटक जमाना चराग जमाना है लेकिन उसे सादे से लेकिन फिर भी असी इस तरह मैं मेरा आइडिया है कि मैं अपने घर च पूछ सकता। चलो जी बहुत बहुत धन्यवाद साड़ा चंगा जी मेहरबानी ਤੁਹਾਡਾ ਵੀ ਬਹੁਤ ਸ਼ੁਕਰੀਆ ਗਰੀਬਾਂ ਦੀ ਤੁਸੀਂ ਯਾਦ ਸੁਣੀ ਹੈ ਔਰ ਅੱਗੇ ਪਹੁੰਚਾਈ ਹੈ ਤੇ ਪਹੁੰਚਾਓਗੇ ਅਸੀਂ ਚਲੋ ਜੀ ਬਹੁਤ ਤੁਹਾਡੇ ਬਜ਼ੁਰਗਾਂ ਨਾਲ ਬੜਾ ਬੜਾ ਦੁਖਾਂਤ ਬੜੀ ਹਿੰਮਤ ਹੈ ਕਿ ਤੁਸੀਂ ਲੋਕਾਂ ਦੀ ਹਿੰਮਤ ਨਹੀਂ ਆ ਰਹੀ ਪਰਿਵਾਰ ਦੇ ਸਾਰੇ ਮੈਂਬਰ ਚਲੇ ਗਏ ਲੇਕਿਨ ਸਾਡੇ ਪੁੰਛੇ ਲੋਕ ਜਿਹੜੇ ਸੀ ਬੜੇ ਬਹਾਦਰ ਲੋਕ ਸੀ ਉਹ ਬ੍ਰਿਗੇਡ ਕਮਾਂਡਰ ਸਾਹਿਬ ਨੇ ਬ੍ਰਿਗੇਡ ਪੀਟਰ ਸਿੰਘ ਸਾਹਿਬ ਨੇ ਇਹਨਾਂ ਨੇ ਬੜੀ ਤਾਰੀਫ ਕੀਤੀ। उसने कोई उन्होंने देखा कि अनपढ़ है या कोई छोटा कद है या कुछ उन्हें जो है वो पुंछे बड़े बहादुर लोग
ਉਹ ਸਾਡੇ ਤੇ ਉਹਨੇ ਬੜਾ ਫਖਰ ਕੀਤਾ ਪੁਲਿਸ ਨਹੀਂ ਕੋਈ ਸ਼ੱਕ ਨਹੀਂ ਪੁੰਛ ਲੋਕ ਬਹਾਦਰ ਸੋ ਤੁਹਾਡੀ ਮਿਹਨਤ ਦੀ ਬਦੌਲਤ ਬਹੁਤ ਤੁਹਾਡੇ ਚਲੋ ਬਹੁਤ ਬਹਾਦਰ ਸੀ ਮਹਾਰਾਜ ਬਹੁਤ ਧੰਨਵਾਦ ਥੋੜਾ ਬਾਬਾ ਜੀ। ਸੋ ਪ੍ਰੋਗਰਾਮ ਸੀ 1947 ਦਾ ਸੰਤਾਪ। ਸੱਚਮੁੱਚ ਸਾਡੇ ਬਜ਼ੁਰਗਾਂ ਨੇ ਬਹੁਤ ਸਟਰਗਲ ਕੀਤੀ ਹੈ। ਸਤ ਸੰਗਤ ਹਰ ਇੱਕ ਦੀ ਆਪੋ ਆਪਣੀ ਕਹਾਣੀ ਹੈ ਔਰ ਬੜਾ ਦੁਖਾਂਤ ਪਿੰਡੇ ਤੇ ਹੰਡਾਇਆ। ਪਰਿਵਾਰਕ ਮੈਂਬਰ ਸਾਰੇ ਵਾਰੀ ਸਾਥ ਛੱਡ ਗਏ, ਪਰ ਫਿਰ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ 'ਤੇ ਭਰੋਸਾ ਰੱਖ ਕੇ ਬਜ਼ੁਰਗ ਡਟੇ ਰਹੇ। ਅੱਜ ਗੁਰੂ ਦੀ ਕਿਰਪਾ ਸਦਕਾ ਫਿਰ ਇਹਨਾਂ ਨੇ ਆਪਣਾ ਰਹਿਣ ਬਸੇਰਾ ਬਣਾ ਲਿਆ। ਪ੍ਰੋਗਰਾਮ 1947 ਦਾ ਸੰਤਾਪ ਲਗਾਤਾਰ ਆਪ ਜੀ ਇਸ ਚੈਨਲ ਦੇ ਮਾਧਿਅਮ ਦੁਆਰਾ ਦੇਖਦੇ ਹੋ। ਸੋ ਸਤ ਸੰਗਤ ਸਲਾਈਡ 'ਤੇ ਸਾਡਾ ਨੰਬਰ ਚੱਲਦਾ ਹੈ। ਇਸ ਪ੍ਰੋਗਰਾਮ ਨੂੰ ਜੇ ਮੋਬਾਈਲ 'ਤੇ ਦੇਖਣਾ ਹੈ YouTube 'ਤੇ ਭਾਈ ਹਰਮੀਤ ਸਿੰਘ ਜੰਮੂ ਲਿਖ ਕੇ ਚੈਨਲ ਸਬਸਕ੍ਰਾਈਬ ਕਰਕੇ ਇਹੋ ਜਿਹੇ ਹਜ਼ਾਰਾਂ ਬਜ਼ੁਰਗਾਂ ਦੇ ਤੁਸੀਂ ਪ੍ਰੋਗਰਾਮ ਦੇਖ ਸਕਦੇ ਹੋ। ਨਾਲ ਹੀ ਜੇ ਕੋਈ ਹੋਰ ਬਜ਼ੁਰਗ ਕਿਸੇ ਹੋਰ ਇਲਾਕੇ 'ਚ ਸਾਡੇ ਨਾਲ ਕੰਟੈਕਟ ਕਰੋ, ਅਸੀਂ ਉਹਨਾਂ ਬਜ਼ੁਰਗਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਬੜੀ ਛੇਤੀ ਕਿਸੇ ਹੋਰ ਬਜ਼ੁਰਗ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।